ਧੰਨ ਵਾਹਿਗੁਰੂ ਜੀ। ਜੈਤ ਸਰੀ ਮਹੱਲਾ ਨੌਵਾਂ। ਰਾਮ ਭਜ ਰਾਮ ਭਜ ਜਨਮ ਸਿਰਾਤ ਹੈ। ਕਹਉ ਕਹਾ ਬਾਰ ਬਾਰ ਸਮਝਤ ਨਹਿ ਕਿਉ ਗਵਾਰ। ਬਿਨਸਤ ਨਹਿ ਲੱਗੈ ਬਾਰ ਉਰੇ ਸਮ ਗਾਤ ਹੈ। ਰਾਮ ਭਜ ਜਨਮ ਸਿਰਾਤ ਹੈ। ਕਹਉ ਕਹਾ ਬਾਰ ਬਾਰ ਸਮਝਤ ਨਹਿ ਕਿਉ ਗਵਾਰ। ਬਿਨਸਤ ਨਹਿ ਲੱਗੈ ਬਾਰ ਉਰੇ ਸਮ ਗਾਤ ਹੈ। ਰਹਾਉ ਸਗਲ ਭਰਵੋਂ ਡਾਰ ਦੇਹ ਗੋਬਿੰਦ ਕੋ ਨਾਮ ਲੇਹ। ਅੰਤ ਬਾਰ ਸੰਗ ਤੇਰੇ ਇਹ ਏਕ ਜਾਤ ਹੈ। ਵਿਖਿਆ ਵੇਖ ਜਿਉ ਵਿਸਾਰ ਪ੍ਰਭ ਕਉ ਜਸ ਹੀਏ ਧਾਰ। ਨਾਨਕ ਜਾਨੋ ਕਹਿ ਪੁਕਾਰ ਅਵਸਰ ਬਿਹਾਤ ਹੈ। ਵਿਖਿਆ ਵੇਖ ਜਿਉ ਵਿਸਾਰ ਪ੍ਰਭ ਕਉ ਜਸ ਹੀਏ ਧਾਰ। ਨਾਨਕ ਜਾਨੋ ਕਹਿ ਪੁਕਾਰ ਅਵਸਰ ਬਿਹਾਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਤਖਤ ਸਿੰਘਾਸਨ ਦੇ ਮਾਲਕ ਗਿਆਨ ਸਰੂਪ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਸਤਿਗੁਰੂ ਦੀ ਮੁਬਾਰਕ ਚਰਨ ਸ਼ਰਨ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਵੱਡੇ ਭਾਗ ਹਨ ਗੁਰੂ ਕੀ ਪਾਵਨ ਬਾਣੀ ਦੇ ਪਾਠ, ਸਤਿਗੁਰੂ ਦੀ ਬਾਣੀ ਦੇ ਕੀਰਤਨ ਦੁਆਰਾ ਗੁਰੂ ਉਪਦੇਸ਼ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ। ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਦੀ ਆਪਾਂ ਲੜੀਵਾਰ ਕਥਾ ਵਿਚਾਰ ਗੁਰੂ ਸਾਹਿਬ ਜੀ ਦੇ ਪਾਵਨ ਉਪਦੇਸ਼ ਨਾਲ ਸਾਂਝ ਬਣਾਉਣ ਦਾ ਆਪਾਂ ਯਤਨ ਕਰਦੇ ਹਾਂ। ਜਿਸ ਪਾਵਨ ਸ਼ਬਦ ਆਪ ਜੀ ਨੇ ਪਾਠ ਸ਼ਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 1352 ਉੱਪਰ ਰਾਗ ਜੈਜਾਵੰਤੀ ਦਾ ਇਹ ਦੂਸਰਾ ਸ਼ਬਦ ਹੈ। ਸਤਿਗੁਰੂ ਸਾਨੂੰ ਸਭਨਾਂ ਨੂੰ ਹੀ ਇਸ ਜੀਵਨ ਦੀ ਅਹਿਮੀਅਤ, ਇਸ ਜੀਵਨ ਦੀ ਕਦਰ ਸਮਝਾਉਂਦੇ ਨੇ ਅਤੇ ਸਾਨੂੰ ਦੱਸਦੇ ਨੇ ਕਿ ਜਨਮ ਸਿਰਾਤ ਹੈ। ਸਿਰਾਤ ਦਾ ਮਤਲਬ ਹੁੰਦਾ ਹੈ ਜੋ ਗੁਜ਼ਰ ਰਿਹਾ ਹੈ। ਜੀਵਨ ਕੋਈ ਰੁਕੀ ਹੋਈ ਚੀਜ਼ ਨਹੀਂ, ਜੀਵਨ ਨਿਰੰਤਰ ਇੱਕ ਵਹਿੰਦਾ ਹੋਇਆ ਵਹਿਣ ਹੈ। ਇਹ ਦੌੜਦਾ ਹੋਇਆ ਇੱਕ ਐਸਾ ਵਹਿਣ ਹੈ ਜਿਸ ਨੇ ਓੜਕ ਨੂੰ ਕਿਸੇ ਅਸੀਮ ਤਾਕਤ ਵਿੱਚ ਜਾ ਕੇ ਰਲ ਜਾਣਾ ਹੈ। ਵਕਤ ਦੇ ਨਾਲ ਨਾਲ
ਸਾਡਾ ਸਰੀਰ ਜਿਵੇਂ ਪੈਦਾ ਹੋਇਆ ਉਵੇਂ ਹੰਡ ਰਿਹਾ, ਔਰ ਹੰਡ ਕੇ ਜੇ ਵਕਤ ਮਿਲਦਾ ਰਹੇ ਤੇ ਪੁਰਾਣਾ ਹੋ ਕੇ ਜੀਰਨ ਹੋ ਕੇ ਅਖੀਰ ਨੂੰ ਓੜਕ ਨੂੰ ਮੁੱਕ ਤੇ ਖਤਮ ਹੋ ਜਾਏਗਾ। ਵੈਸੇ ਵੀ ਜ਼ਰਾ ਗੌਰ ਕਰਕੇ ਵੇਖੀਏ, ਬੰਦਾ ਕੋਈ ਸੰਸਾਰਕ ਤੱਤਾਂ ਦਾ ਜੋੜ ਤੋੜ ਕਰਕੇ ਕੋਈ ਪਦਾਰਥ ਸਿਰਜਦਾ, ਕੋਈ ਚੀਜ਼ ਬਣਾਉਂਦਾ ਹੈ ਨਾ, ਤਾਂ ਉਹਦੇ ਲਈ ਵੀ ਮਾੜਾ ਮੋਟਾ ਜਿਹਾ ਦਾਅਵਾ ਤੇ ਸਾਡਾ ਹੁੰਦਾ ਹੈ ਵੀ ਇੰਨਾ ਚਿਰ ਇਹਨੂੰ ਕੁਝ ਨਹੀਂ ਹੁੰਦਾ। ਮੰਨ ਲਓ ਆਪਾਂ ਬਿਲਡਿੰਗ ਹੀ ਬਣਾਈਏ ਕੋਈ, ਤੇ ਸਾਨੂੰ ਇੰਜੀਨੀਅਰ ਦੱਸਦੇ ਨੇ ਵੀ ਇੰਨਾ ਚਿਰ ਤਾਂ ਇਹਦੀ ਮੁਰੰਮਤ ਕਰਨ ਦੀ ਤੁਹਾਨੂੰ ਲੋੜ ਨਹੀਂ, ਤੇ ਇੰਨੇ ਸਾਲ ਦੀ ਤਾਂ ਜੇ ਕੋਈ ਬਹੁਤ ਵੱਡੀ ਕੁਦਰਤੀ ਆਫਤ ਨਾ ਆਈ ਤੇ ਇੰਨੇ ਸਾਲ ਇਹਨੂੰ ਹੁੰਦਾ ਕੁਝ ਨਹੀਂ। ਉਹ ਵੀ ਕੋਈ ਨਾ ਕੋਈ ਮਿਆਦ ਦਿੰਦੇ ਨੇ। ਫਲਾਈਓਵਰ ਬਣਦੇ ਨੇ, ਪੁਲ ਬਣਦੇ ਨੇ ਵੱਡੇ ਵੱਡੇ, ਤੇ ਉਹਨਾਂ ਦੀ ਇੱਕ ਮਿਆਦ ਜਿਸ ਵੇਲੇ ਉਹ ਬਣਦੇ ਨੇ ਤੇ ਇੱਕ ਮਿਆਦ ਸਿਰਜੀ ਜਾਂਦੀ ਹੈ ਵੀ 60 ਸਾਲ 70 ਸਾਲ, ਕਈਆਂ ਦੀ ਤਾਂ 100 ਸਾਲ ਵੀ ਮਿਸ ਦਿੰਦੇ ਨੇ ਵੀ ਇੰਨਾ ਸਮਾਂ ਇਹਨੂੰ ਕੁਝ ਨਹੀਂ ਹੁੰਦਾ। ਫਿਰ ਜਦੋਂ ਉਹਦੀ ਮਿਆਦ ਪੁੱਗ ਜਾਂਦੀ ਹੈ ਤੇ ਜਿਹੜੀਆਂ ਸਰਕਾਰਾਂ ਬਹੁਤ ਅਗਾਂਹ ਵਧੂ ਨੇ, ਦੌਲਤਮੰਦ ਨੇ, ਉਹ ਫਿਰ ਆਪਣੇ ਆਪ ਹੀ ਢਾਹ ਕੇ ਨਵੀਆਂ ਵੀ ਇਹਦੀ ਮਿਆਦ ਲੰਘ ਗਈ। ਪਰ ਕੀ ਜਿਵੇਂ ਪਦਾਰਥ ਬਾਰੇ ਦਾਅਵਾ ਕੀਤਾ ਜਾ ਸਕਦਾ, ਮਟੀਰੀਅਲ ਬਾਰੇ ਦਾਅਵਾ ਕੀਤਾ ਜਾ ਸਕਦਾ, ਸਰੀਰ ਵੀ ਤਾਂ ਮਟੀਰੀਅਲ ਹੀ ਹੈ ਨਾ, ਇਹਦੇ ਬਾਰੇ ਕੋਈ ਦਾਅਵਾ ਕਰ ਸਕਦਾ ਵੀ ਇੰਨਾ ਚਿਰ ਇਹਨੂੰ ਕੱਖ ਨਹੀਂ ਹੁੰਦਾ, ਮੈਂ ਲਿਖ ਕੇ ਦੇਣਾ, ਮੈਂ ਦਾਅਵਾ ਕਰਦਾ? ਕੋਈ ਦਾਅਵਾ ਨਹੀਂ। ਸਤਿਗੁਰੂ ਨੇ ਆਖਿਆ ਸਰੀਰ ਕਿੰਨਾ ਵੀ ਤਕੜਾ ਹੋਵੇ, ਤਾਕਤਵਰ ਹੋਵੇ, ਅਕਲਮੰਦ ਹੋਵੇ, ਸੋਹਣਾ ਹੋਵੇ, ਜੋ ਮਰਜ਼ੀ ਖੂਬੀਆਂ ਹੋਣ ਸਰੀਰ ਦੀਆਂ, ਪਰ ਟਿਕਿਆ ਤੇ ਇੱਕ ਸਾਹ ਦੇ ਉੱਤੇ ਹੀ ਹੈ ਨਾ, ਇੱਕ ਦਮ ਦੇ ਉੱਤੇ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਤ ਨਾ ਜਾਣਾ। ਮਹਾਰਾਜ ਨੇ ਆਖਿਆ ਵੀ ਇੱਕ ਦਮ ਦਾ ਮੁਹਤਾਜ ਹੈ ਸਰੀਰ, ਕਿੰਨਾ ਵੀ ਤਾਕਤਵਰ ਹੋਵੇ। ਬੰਦਾ ਕਈ ਵਾਰ ਹੈਰਾਨ ਹੁੰਦਾ, ਹੱਦ ਹੋ ਗਈ, ਏਡਾ ਸੋਹਣਾ ਤਕੜਾ ਸਰੀਰ ਸੀ, ਇਹਨੂੰ ਕੀ ਹੋ ਗਿਆ? ਅਸੀਂ ਫਿਰ ਕਾਰਨ ਲੱਭਦੇ ਹਾਂ। ਪਰ ਗੁਰੂ ਸਾਹਿਬ ਨੇ ਆਖਿਆ ਵੀ ਜਿੰਨੀਆਂ ਮਰਜ਼ੀ ਹੁਨਰ, ਜਿੰਨੀ ਮਰਜ਼ੀ ਕਲਾ, ਜਿੰਨੀ ਮਰਜ਼ੀ ਤਾਕਤ, ਜਿੰਨੀ ਮਰਜ਼ੀ ਸਮਰੱਥਾ, ਜੋ ਕੁਝ ਮਰਜ਼ੀ ਹੋਵੇ ਸਰੀਰ ਵਿੱਚ, ਪਰ ਹੈ ਤੇ ਇਹ ਇੱਕ ਦਮ ਦਾ ਮੁਹਤਾਜ। ਦਮ ਮਤਲਬ ਸਾਹ, ਤੇ ਨਾਲ ਹੀ ਕਹਿ ਦਿੱਤਾ ਮੋਹਲਤ ਮੋਤ ਨਾ ਜਾਣਾ। ਕਿੰਨੀ ਕੁ ਮੋਹਲਤ ਹੈ ਸਾਡੇ ਕੋਲ, ਕਿੰਨਾ ਕੁ ਵਕਤ ਹੈ, ਮਿਆਦ ਕਿੰਨੀ ਕੁ ਹੈ ਇਹਦੀ, ਕੋਈ ਨਹੀਂ ਜਾਣਦਾ, ਨਾ ਹੀ ਕੋਈ ਦਾਅਵਾ ਕਰ ਸਕਦਾ। ਤੋ ਇਸ ਕਰਕੇ ਗਰੀਬ ਨਵਾਜ਼ ਨੇ ਆਖਿਆ ਵੀ ਇਹ ਤਾਂ ਵਗਦਾ ਹੋਇਆ ਵਹਿਣ ਹੈ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੇ। ਗੁਜ਼ਰ ਰਿਹਾ ਦਿਨ ਤੇ ਪੈਰ, ਪੈਰ ਤੇ ਘਰੀਆਂ, ਆਵ ਘਟੈ ਤਨ ਚੀਜ਼। ਦੋ ਗੱਲਾਂ ਕਹਿ ਦਿੱਤੀਆਂ। ਕਹਿੰਦੇ ਵੀ ਸਮੇਂ ਦੀ ਵੰਡ ਹੈ ਨਾ, ਆਪਾਂ ਸਮੇਂ ਦੀ ਵੰਡ ਕੀਤੀ ਹੈ, ਸਦੀਆਂ ਤੋਂ ਸਾਲਾਂ, ਦਹਾਕਿਆਂ 'ਚ ਆ ਜਾਂਦੇ ਹਾਂ, ਦਹਾਕਿਆਂ ਤੋਂ ਸਾਲਾਂ 'ਚ, ਸਾਲਾਂ ਤੋਂ ਮਹੀਨਿਆਂ 'ਚ, ਮਹੀਨਿਆਂ ਤੋਂ ਹਫ਼ਤਿਆਂ 'ਚ, ਹਫ਼ਤਿਆਂ ਤੋਂ ਦਿਨਾਂ 'ਚ, ਦਿਨਾਂ ਦੀ ਗਾਂਹ ਛੋਟੀ ਇਕਾਈ ਇੰਨੇ ਘੰਟੇ ਦਾ ਇੱਕ ਦਿਨ ਹੁੰਦਾ ਹੈ, ਰਾਤ ਹੁੰਦੀ ਹੈ, ਗਾਂਹ ਮਿੰਟਾਂ ਸਕਿੰਟਾਂ ਤੁਰਦੇ ਆਈਏ ਬੈਕ। ਗੁਰੂ ਸਾਹਿਬ ਕਹਿੰਦੇ ਦਿਨ ਤੇ ਪੈਰ, ਪੈਰ ਤੇ ਘਰੀਆਂ ਆਵ ਘਟੈ। ਸਮੇਂ ਦੀ ਨਿੱਕੀ ਜਿਹੀ ਇਕਾਈ ਜਿਹੜੀ ਹੈ ਨਾ, ਉਹ ਦੋ ਕੰਮ ਕਰਦੀ ਹੈ। ਇੱਕ ਤਾਂ ਤੇਰਾ ਸਮਾਂ ਖੋਰਦੀ ਹੈ ਜ਼ਿੰਦਗੀ ਦਾ। ਉਹ ਕਿਵੇਂ? ਮੰਨ ਲਓ ਆਪਾਂ ਕਿਸੇ ਨੂੰ ਪੁੱਛੀਏ ਕਿ ਤੇਰੀ ਉਮਰ ਕਿੰਨੀ ਹੈ, ਅਗਲਾ ਕਹੇ ਵੀ 40 ਸਾਲ ਹੈ। ਇਹਦਾ ਮਤਲਬ 40 ਸਾਲ ਗੁਜ਼ਰ ਗਏ ਹੈ ਨਾ, ਆਉਣ ਵਾਲੇ 40 ਸਾਲ ਥੋੜ੍ਹੀ ਦੱਸ ਰਿਹਾ, ਉਹ ਗੁਜ਼ਰੇ 40 ਸਾਲ ਦਾ, ਜਿਹੜੇ ਲੰਘ ਗਏ ਨੇ। ਤੇ ਜਿਹੜੇ ਲੰਘ ਗਏ ਨੇ ਉਹ ਤੇ ਗਏ। ਜਿਹਨੂੰ ਬਾਬਾ ਸ਼ੇਖ ਫਰੀਦ ਸਾਹਿਬ ਕਹਿੰਦੇ ਅੱਗੋਂ ਨੇੜਾ ਆਇਆ ਪਿੱਛਾ ਰਹਿਆ ਤੂੰ, ਉਹ ਬੜਾ ਸੋਹਣਾ ਪ੍ਰਤੀਕ ਵਰਤਦੇ ਨੇ। ਦੇਖ ਫਰੀਦਾ ਜੇ ਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ। ਕਹਿੰਦੇ ਵਾਲ ਰੰਗ ਵਟਾ ਗਏ, ਸਰੀਰ ਤੋਂ ਅਲਾਮਤਾਂ ਦਿਸਣ ਲੱਗ ਪਈਆਂ ਨੇ। ਇਹਦਾ ਮਤਲਬ ਆ ਵੀ ਸਰੀਰ ਤੋਂ ਅਲਾਮਤਾਂ ਦਿਸਣ ਲੱਗ ਪਈਆਂ ਵੀ ਸਰੀਰ ਹੁਣ ਪੁਰਾਣਾ ਹੋ ਰਿਹਾ। ਉਹਨੂੰ ਕਹਿੰਦੇ ਵੀ ਅੱਗੋਂ ਨੇੜਾ ਆਇਆ। ਇਹਦਾ ਮਤਲਬ ਹੈ ਵੀ ਹੁਣ ਅਗਲਾ ਪਾਸਾ ਜਿਹੜਾ ਨਾ, ਜਿਹੜਾ ਐਂਡ ਹੈ ਜੀਵਨ ਦਾ, ਖਾਤਮਾ ਹੈ ਜਿਹੜਾ ਇਸ ਸਰੀਰ ਦਾ, ਉਹ ਵਕਤ ਨੇੜੇ ਆਉਂਦਾ ਜਾ ਰਿਹਾ। ਜਿਹੜਾ ਜਨਮ ਤੋਂ ਲੈ ਕੇ ਉਹ ਹੁਣ ਸਮਾਂ ਸ਼ਾਹ ਗੁਜ਼ਰ ਗਿਆ, ਬੜਾ ਦੂਰ ਰਹਿ ਗਿਆ। ਉਹ ਤਾਂ ਯਾਦਾਂ ਵੀ ਧੁੰਦਲੀਆਂ ਹੋ ਗਈਆਂ। ਉਹਨੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਪਹਿਲਾ ਕਾਰਜ ਇਹ ਹੁੰਦਾ ਆਵ ਘਟੈ। ਸਮਾਂ ਉਮਰ ਨੂੰ ਖੋਰ ਦਿੰਦਾ ਹੈ, ਵਕਤ ਲੰਘਦਾ ਜਾ ਰਿਹਾ, ਮਿਆਦ ਮੁੱਕਦੀ ਜਾ ਰਹੀ। ਤੇ ਦੂਜਾ ਕੀ ਹੈ? ਤਨ ਚੀਜ਼ ਹੈ।
ਸਰੀਰ ਪੁਰਾਣਾ ਹੁੰਦਾ ਅਤੇ ਪੁਰਾਣਾ ਹੋਣ ਦੇ ਨਾਲ ਇਹਦੇ 'ਚ ਕਈ ਰੋਗ ਉਤਪੰਨ ਹੁੰਦੇ ਨੇ, ਬਿਮਾਰੀਆਂ ਪੈਦਾ ਹੁੰਦੀਆਂ ਨੇ, ਕਮਜ਼ੋਰੀ ਫੀਲ ਕਰਨ ਲੱਗ ਪੈਂਦਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਇਹਨੂੰ ਕਹਿੰਦੇ ਨੇ ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਬਿਦ। ਉਹ ਘੜੀ ਜਿਸ ਘੜੀ 'ਚ ਇਸ ਸਰੀਰ ਨੇ ਨਾਸ਼ ਹੋਣਾ, ਸਮਝੋ ਉਹ ਸ਼ਿਕਾਰੀ ਹੈ, ਤੇ ਜਿਸ ਵੇਲੇ ਉਹ ਵਕਤ ਪੁੱਗ ਗਿਆ ਉਸ ਵੇਲੇ ਤੂੰ ਉਹਦੇ ਨਿਸ਼ਾਨੇ ਤੋਂ ਬਚ ਨਹੀਂ ਸਕਦਾ। ਕੋਈ ਤਾਕਤ ਦੁਨੀਆ ਦੀ ਤੈਨੂੰ ਰੱਖ ਨਹੀਂ ਸਕੇਗੀ, ਬਚਾ ਨਹੀਂ ਸਕੇਗੀ, ਤੈਨੂੰ ਸੁਰੱਖਿਅਤ ਨਹੀਂ ਕਰ ਸਕੇਗੀ। ਇਸ ਵਾਸਤੇ ਉਹ ਤੇ ਅਟਲ ਇੱਕ ਸੱਚ ਹੈ ਜਿਹੜਾ ਵਾਪਰੇਗਾ। ਤਾਂ ਗੁਰੂ ਸਾਹਿਬ ਜੀਵਨ ਦੀ ਜਿਹੜੀ ਸਾਡੇ ਸਾਹਮਣੇ ਇੱਕ ਅਹਿਮੀਅਤ ਹੈ ਉਹ ਇਹ ਦੱਸਦੇ ਨੇ ਵੀ ਜੀਵਨ ਜਿਹੜਾ ਹੈ ਵਕਤ ਦੇ ਮੁਤਾਬਕ ਖੁਰਨ ਵਾਲੀ, ਖਤਮ ਹੋਣ ਵਾਲੀ, ਹੰਡਣ ਵਾਲੀ, ਗਵਾਚਣ ਵਾਲੀ ਚੀਜ਼ ਹੈ। ਤੇ ਜੇ ਤੈਨੂੰ ਪਤਾ ਹੈ ਵੀ ਸੱਚਮੁੱਚ ਹੀ ਇਸ ਤਰ੍ਹਾਂ ਹੈ ਤਾਂ ਫਿਰ ਤੈਨੂੰ ਇਹਦੀ ਅਹਿਮੀਅਤ ਤੇ ਕਦਰ ਸਮਝਣੀ ਚਾਹੀਦੀ ਹੈ, ਫਿਰ ਤੈਨੂੰ ਇਹਦੀ ਕਦਰੋ ਕੀਮਤ ਪਤਾ ਹੋਣੀ ਚਾਹੀਦੀ ਹੈ। ਜਨਮ ਸਿਰਾਤ ਹੈ। ਫਿਰ ਪੁੱਛਿਆ ਮਹਾਰਾਜ ਮੈਂ ਕੀ ਕਰਾਂ, ਜੀਵਨ ਦੀ ਕਦਰ ਕਿੱਥੋਂ ਸਮਝ ਵਿੱਚ ਆਏ, ਜੀਵਨ ਦੀ ਅਹਿਮੀਅਤ ਕਿਵੇਂ ਬਣੀ ਰਹੇ। ਪਾਤਸ਼ਾਹ ਫਰਮਾਉਂਦੇ ਨੇ ਰਾਮ ਭਜ, ਰਾਮ ਭਜ। ਰਾਮ ਦਾ ਮਤਲਬ ਸਰਵ ਵਿਆਪਕ ਪਰਮੇਸ਼ਰ, ਅਕਾਲ ਜੋ ਸਾਰਿਆਂ ਵਿੱਚ ਹੈ। ਮੈਂ ਫਿਰ ਦੁਹਰਾ ਦਿਆਂ, ਇੱਥੇ ਰਾਮ ਦਾ ਮਤਲਬ ਕੋਈ ਅਯੁੱਧਿਆਪਤੀ, ਲੰਕਾ ਦਾ ਜੇਤੂ, ਦਸ਼ਰਥ ਨੰਦਨ, ਉਹ ਰਾਮ ਨਹੀਂ। ਰਾਮ ਦਾ ਮਤਲਬ ਹੈ ਰਮਿਆ ਹੋਇਆ, ਸਾਰਿਆਂ ਵਿੱਚ ਜੋ ਪਰਮੇਸ਼ਰ ਵਿਆਪਕ ਹੈ। ਉਸ ਨੂੰ ਭਜ, ਯਾਦ ਕਰ, ਉਹਦਾ ਸਮਰਨ ਕਰ, ਉਹਦਾ ਚਿੰਤਨ ਕਰ, ਉਹ ਹੈ, ਉਹਦਾ ਅਹਿਸਾਸ ਕਰ ਅਤੇ ਉਹਦੇ ਗੁਣਾਂ, ਉਹਦੀ ਰਜ਼ਾ, ਉਹਦੇ ਹੁਕਮ ਵਿੱਚ ਚੱਲ। ਪਾਤਸ਼ਾਹ ਜੀ ਫਰਮਾਉਂਦੇ ਨੇ ਕਹੋਂ ਕਹਾਂ ਬਾਰ ਬਾਰ ਸਮਝਤ ਨ ਹੈ ਕਿਉਂ ਗਵਾਰ। ਗਵਾਰ ਕਹਿੰਦੇ ਨੇ ਮੂਰਖ ਨੂੰ, ਜਿਹਨੂੰ ਗੱਲ ਸਮਝ ਨਾ, ਪਕੜ 'ਚ ਨਾ ਆਉਂਦੀ ਹੋਵੇ, ਜਿਹਨੂੰ ਆਪਾਂ ਕਹਿੰਦੇ ਬੁੱਧੀਹੀਣ। ਮੂਰਖ ਦਾ ਮਤਲਬ ਹੁੰਦਾ ਬੁੱਧੀਹੀਣ, ਜਿਹੜਾ ਸਮਝਦਾ ਨਹੀਂ ਗੱਲ ਨੂੰ, ਜਿਹਦੇ ਅੰਦਰ ਵਿਚਾਰ ਪੈਂਦਾ ਨਹੀਂ, ਉਹ ਆਪਣੇ ਮਤੇ ਹੀ ਚੱਲਦਾ ਵੀ ਗ੍ਰਹਿਣ ਕੁਝ ਨਹੀਂ ਕਰਦਾ। ਜਿਹੜੀ ਅਕਲ ਦੀ ਗੱਲ ਉਹਨੂੰ ਗ੍ਰਹਿਣ ਨਾ ਕਰੇ ਬੰਦਾ, ਧਾਰਨ ਨਾ ਕਰੇ, ਸਮਝੇ ਨਾ, ਬਸ ਆਪਣੇ ਹਿਸਾਬ ਨਾਲ, ਉਹਨੂੰ ਆਪਾਂ ਕਹਿੰਦੇ ਮੂਰਖ ਹੈ ਬੰਦਾ, ਮੂੜਤਾ ਵਾਲਾ, ਬੁੱਧੀਹੀਣ, ਸਮਝ ਤੋਂ ਕੋਰਾ। ਮਹਾਰਾਜ ਕਹਿੰਦੇ ਤੈਨੂੰ ਜੀਵਨ ਪ੍ਰਤੀ ਇੰਨੀ ਗੱਲ ਜੇ ਸਮਝ ਨਹੀਂ ਨਾ ਆਉਂਦੀ ਤੇ ਤੂੰ ਗਵਾਰ ਹੈ। ਕਹੋਂ ਕਹਾਂ ਬਾਰ ਬਾਰ, ਕੀ ਮੈਂ ਤੈਨੂੰ ਬਾਰ ਬਾਰ ਕਹਿ ਰਿਹਾ, ਸਮਝਾ ਰਿਹਾ, ਸਮਝਤ ਨੇ ਕਿਉਂ ਗਵਾਰ। ਹੇ ਮੂਰਖ ਤੂੰ ਸਮਝਦਾ ਕਿਉਂ ਨਹੀਂ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਬਿਨਸਤ ਨੇ ਲੱਗੈ ਬਾਰ, ਚੇਤੇ 'ਚ ਰੱਖ ਇਹਨੂੰ ਖਤਮ ਹੁੰਦਿਆਂ ਬਹੁਤਾ ਸਮਾਂ ਨਹੀਂ ਲੱਗਣਾ। ਤਕਲੀਫ ਦਾ ਸਮਾਂ ਬਹੁਤਾ ਹੋ ਸਕਦਾ, ਬੰਦਾ ਬਿਮਾਰ ਪੈ ਜਾਏ ਨਾ, ਬੈੱਡ 'ਤੇ ਮੰਜੇ 'ਤੇ ਪੈ ਜਾਏ, ਹੋ ਸਕਦਾ 30 ਸਾਲ ਬਿਮਾਰ ਪਿਆ ਰਹੇ, ਪਰ ਪ੍ਰਾਣ ਨਿਕਲਦਿਆਂ ਕੋਈ ਸਾਲ ਥੋੜ੍ਹੀ ਲੱਗਣੇ ਨੇ। ਅੱਖ ਝਮਕਣ ਦੀ ਦੇਰ ਹੈ। ਮੌਤ ਲਈ ਸਮਾਂ ਨਹੀਂ ਲੱਗਦਾ। ਜ਼ਿੰਦਗੀ ਜੀਣ ਲਈ ਜਿਹੜੀਆਂ ਉਹ ਤਕਲੀਫਾਂ ਨੇ ਉਹਨੂੰ ਉਹ ਵੱਡੀਆਂ ਹੋ ਸਕਦੀਆਂ ਨੇ ਜੀਵਨ ਦੀਆਂ। ਬੰਦੇ ਦੇ ਜੀਵਨ 'ਚ ਕੋਈ ਘਟਨਾ, ਦੁਰਘਟਨਾ ਵਾਪਰ ਜਾਏ, ਸਰੀਰ ਅਫੈਕਟਡ ਹੋ ਜਾਏ, ਕੋਈ ਪ੍ਰੋਬਲਮ ਆ ਜਾਏ, ਉਹ ਤਕਲੀਫ ਦਾ ਸਮਾਂ ਲੰਮੇਰਾ ਹੋ ਸਕਦਾ, ਪਰ ਮੌਤ ਦਾ ਸਮਾਂ ਲੰਮੇਰਾ ਨਹੀਂ ਹੈ। ਮੌਤ ਤਾਂ ਅੱਖ ਦੇ ਹੋਰ ਵਿੱਚ ਹੀ ਸਭ ਕੁਝ ਖਤਮ ਕਰਕੇ ਗਾਂਹ ਜਾਂਦੀ ਹੈ, ਤਾਂ ਪਰਲੋ ਹੈ ਸਰੀਰ ਲਈ। ਮਹਾਰਾਜ ਕਹਿੰਦੇ ਨੇ ਬਿਨਸਤ, ਖਤਮ ਹੁੰਦਿਆਂ, ਬਿਨਸਦਿਆਂ, ਨਾਸ਼ ਹੁੰਦਿਆਂ, ਨਹਿ ਲੱਗੈ ਬਾਰ, ਦੇਰੀ ਨਹੀਂ ਲੱਗਣੀ, ਬਹੁਤਾ ਲੰਮਾ ਚੌੜਾ ਵਕਤ ਨਹੀਂ ਲੱਗਣਾ। ਤੇ ਸਤਿਗੁਰੂ ਆਖਦੇ ਨੇ ਕਿੰਨਾ ਕੁ ਵਕਤ, ਕਿੰਨੀ ਕੁ ਮਿਆਦ ਹੈ ਇਸ ਸਰੀਰ ਦੀ। ਓਰੇ ਸਮਗਾਤ ਹੈ। ਓਰੇ ਆਪਾਂ ਕਹਿੰਦੇ ਔਲੇ ਵੀ ਕਹਿ ਦਿੰਦੇ, ਓਲੇ ਵੀ ਕਹਿ ਦਿੰਦੇ ਨੇ, ਕਈ ਗੜੇ ਕਹਿ ਦਿੰਦੇ ਨੇ। ਜੇ ਮੀਂਹ ਪੈਂਦਾ ਨਾ, ਬਰਫ਼ ਅਸਮਾਨ ਤੋਂ ਟਪਕਦੀ ਹੈ ਬੱਦਲਾਂ ਰਾਹੀਂ, ਬੜੇ ਗੜੇ ਪੈਂਦੇ ਨੇ, ਕਿਤੇ ਉਹ ਕਿੰਨਾ ਕੁ ਚਿਰ ਰਹਿੰਦੇ ਨੇ। ਵੇਂਦਿਆਂ ਵੇਂਦਿਆਂ ਹੀ ਐਨ ਜ਼ਮੀਨ ਚਿੱਟੀ ਹੋ ਜਾਂਦੀ ਹੈ ਵੀ ਗੜੇ ਪੈ ਗਏ, ਓਲੇ ਪੈ ਗਏ, ਤੇ ਵੇਂਦਿਆਂ ਵੇਂਦਿਆਂ ਖੁਰ ਵੀ ਜਾਂਦੇ ਨੇ। ਪਾਤਸ਼ਾਹ ਕਹਿੰਦੇ ਬਸ ਇੰਨੀ ਕੁ ਮਿਆਦ ਹੈ, ਇੰਨਾ ਕੁ ਵਕਤ ਹੈ। ਯਾਨੀ ਕਿ ਇਹਦਾ ਭਾਵ ਹੁੰਦਾ ਵੀ ਬੜੀ ਥੋੜ੍ਹੀ ਪਾਇਆ, ਬੜਾ ਥੋੜ੍ਹਾ ਲਿਮਟਿਡ ਟਾਈਮ, ਸੀਮਤ ਸਮਾਂ, ਇੱਕ ਹੱਦ ਵਿੱਚ ਹੈ ਵਕਤ ਤੇਰੇ ਕੋਲ। ਫਿਰ ਹਜ਼ੂਰ ਫਰਮਾਉਂਦੇ ਨੇ ਸਗਲ ਭਰਮ ਡਾਰ ਦੇ। ਸਗਲ ਦਾ ਮਤਲਬ ਸਾਰੇ, ਭਰਮ ਭਟਕਣਾ ਵਾਲੇ ਕੰਮ, ਉਹ ਕਾਰਜ ਜਿਹੜੇ ਤੇਰੇ ਜੀਵਨ ਵਿੱਚ ਭਟਕਣਾ ਪੈਦਾ ਕਰਦੇ, ਮਾਨਸਿਕ ਤੌਰ 'ਤੇ ਤੈਨੂੰ ਅਸ਼ਾਂਤ ਕਰਦੇ ਨੇ। ਜਿਨ੍ਹਾਂ ਚੀਜ਼ਾਂ ਦੀ ਵਜ੍ਹਾ ਕਰਕੇ ਤੇਰੇ ਜੀਵਨ ਵਿੱਚ ਸੈਟਿਸਫੈਕਸ਼ਨ ਨਹੀਂ, ਸਬਰ ਨਹੀਂ, ਸੰਤੋਖ ਨਹੀਂ, ਟਿਕਾਓ ਨਹੀਂ,
ਜਿਹਨੂੰ ਵਿਚਲਿਤ ਕਰਦੇ ਨੇ, ਚੰਚਲ ਕਰਦੇ ਨੇ, ਤਕਲੀਫ ਵਿੱਚ ਪਾਉਂਦੇ ਨੇ, ਉਹ ਭਟਕਣਾ ਵਾਲੀ ਸਾਰੀ ਜਿਹੜੀ ਕਿਰਿਆ ਉਹਨੂੰ ਛੱਡ ਦੇ। ਇਹ ਤਾਂ ਹੁਣ ਅਸੀਂ ਆਪਣੇ ਆਪਣੇ ਜਿਹੜੇ ਸ਼ਬਦ ਨੇ ਨਾ ਗੁਰੂ ਸਾਹਿਬ ਦੇ ਸ਼ਬਦ, ਸਾਡਾ ਧਿਆਨ ਸਾਡੇ ਆਪਣੇ ਆਪ ਵੱਲ ਲੈ ਕੇ ਜਾਂਦੇ ਨੇ। ਜੇ ਆਪਾਂ ਡਾਕਟਰ ਕੋਲ ਜਾਂਦੇ ਹਾਂ ਨਾ, ਤੇ ਜਦੋਂ ਆਪਾਂ ਡਾਕਟਰ ਕੋਲ ਜਾਂਦੇ, ਇਹਦਾ ਮਤਲਬ ਹੈ ਵੀ ਅਸੀਂ ਪੇਸ਼ੈਂਟ ਹਾਂ, ਮਰੀਜ਼ ਹਾਂ, ਕੋਈ ਡਿਜ਼ੀਜ਼ ਹੈ, ਸਾਨੂੰ ਕੋਈ ਪ੍ਰੋਬਲਮ ਹੈ ਫਿਜ਼ੀਕਲੀ। ਹੁਣ ਜਦੋਂ ਅਸੀਂ ਜਾਂਦੇ ਹਾਂ ਤਾਂ ਉਹ ਕਹਿੰਦਾ, ਅਸੀਂ ਉਹਨੂੰ ਕਹਿੰਦੇ ਜੀ ਦਰਦ ਹੁੰਦੀ ਹੈ। ਹੁਣ ਉਹ ਸਮਝ ਆਉਂਦਾ ਵੀ ਇਹਨੂੰ ਪੀੜ ਹੁੰਦੀ ਹੈ, ਦਰਦ ਹੁੰਦੀ ਹੈ, ਪੇਨ ਹੁੰਦੀ, ਪਰ ਫਿਰ ਉਹ ਪੁੱਛਦਾ ਵੀ ਕਿੱਥੇ ਹੁੰਦੀ ਹੈ। ਫਿਰ ਅਸੀਂ ਆਪਣੇ ਸਰੀਰ ਦੇ ਅੰਗ ਬਾਰੇ ਤਾਂ, ਮੇਰੀ ਬਾਂਹ 'ਤੇ, ਮੇਰੇ ਸਿਰ 'ਤੇ, ਜਾਂ ਮੇਰੀ ਲੱਤ 'ਤੇ, ਕਿਤੇ ਵੀ ਸਰੀਰ ਦੇ ਕਿਸੇ ਹਿੱਸੇ 'ਚ ਦਰਦ ਹੈ, ਫਿਰ ਉਹ ਅਗਲਾ ਚੈੱਕਅਪ ਕਰਦਾ। ਪਰ ਹੁਣ ਜੇ ਅਸੀਂ ਜਾ ਕੇ ਆਖੀ ਜੀ ਮੈਨੂੰ ਦਰਦ ਹੁੰਦੀ ਹੈ, ਪਰ ਮੈਨੂੰ ਪਤਾ ਨਹੀਂ ਵੀ ਬਾਂਹ 'ਚ ਹੁੰਦੀ ਹੈ ਕਿ ਲੱਤ 'ਚ ਹੁੰਦੀ ਹੈ, ਤੇ ਉਹ ਕਹੇਗਾ ਵੀ ਇਹਦਾ ਕੀ ਮਤਲਬ ਹੋਇਆ? ਪੀੜ ਤੇਰੇ ਹੁੰਦੀ, ਤੈਨੂੰ ਇੰਨਾ ਤਾਂ ਪਤਾ ਹੋਣਾ ਚਾਹੀਦਾ ਹੈ ਪੀੜ ਕਿੱਥੇ ਹੁੰਦੀ ਹੈ। ਹੁਣ ਅਸੀਂ ਚਲੇ ਜਾਈਏ ਡਾਕਟਰ ਕੋਲ, ਪਰ ਇਹ ਨਾ ਦੱਸੀਏ, ਆਪਣੇ ਆਪ ਨੂੰ ਆਇਡੈਂਟੀਫਾਈ ਨਾ ਕਰ ਸਕੀਏ ਵੀ ਕੀ ਪ੍ਰੋਬਲਮ ਹੈ। ਅਸੀਂ ਜਾਈਏ, ਉਹਨੂੰ ਕਹੀ ਜੇ ਅਸੀਂ ਮਰੀਜ਼ ਬਿਮਾਰ ਹਾਂ, ਮੈਂ ਉਹ ਕਹੇ ਵੀ ਕੀ ਗੱਲ ਹੈ, ਤੇ ਕਹੀ ਜੀ ਪਤਾ ਨਹੀਂ, ਇਹ ਨਹੀਂ ਮੈਨੂੰ ਪਤਾ ਵੀ ਬਿਮਾਰੀ ਕੀ ਹੈ, ਪਰ ਹੈ। ਹੁਣ ਇਹ ਤਾਂ ਮਤਲਬ ਦੀ ਜੇ ਇੰਨਾ ਤਾਂ ਸਾਨੂੰ ਬਿਮਾਰ ਨੂੰ ਆਪਣੇ ਬਾਰੇ ਇੰਨਾ ਤਾਂ ਇਲਮ ਹੁੰਦਾ ਹੀ ਹੈ ਨਾ, ਵੀ ਉਹਨੂੰ ਘੱਟੋ ਘੱਟ ਹੋ ਕੀ ਰਿਹਾ, ਨਿਸ਼ਾਨੀਆਂ ਕੀ ਨੇ। ਇਸੇ ਤਰ੍ਹਾਂ ਗੁਰਬਾਣੀ ਜਿਹੜੀ ਹੈ ਸਾਨੂੰ ਸਾਡੇ ਆਪਣੇ ਆਪ ਵੱਲ ਮੋੜ ਕੇ ਕਹਿੰਦੀ ਹੈ ਵੀ ਆਪਣੇ ਅੰਦਰ ਦੀ ਪ੍ਰੋਬਲਮ ਨੂੰ ਤੂੰ ਆਇਡੈਂਟੀਫਾਈ ਵੀ ਕਰ। ਅਸੀਂ ਕੀ ਕਰਦੇ ਹਾਂ, ਆਪਣੀਆਂ ਖੂਬੀਆਂ ਹੀ ਗਣਾਉਂਦੇ ਰਹਿੰਦੇ 24 ਘੰਟੇ, ਵੀ ਮੈਂ ਇਹ ਪੱਖੋਂ ਚੰਗਾ। ਗੁਰੂ ਸਾਹਿਬ ਕਹਿੰਦੇ ਨੇ ਵੀ ਠੀਕ ਹੈ, ਤੈਨੂੰ ਪ੍ਰਾਊਡ ਕਰਨਾ ਚਾਹੀਦਾ, ਜੇ ਤੇਰੇ 'ਚ ਕੋਈ ਚੰਗਿਆਈ ਹੈ ਉਹਦੇ 'ਤੇ ਮਾਣ ਕਰ, ਪਰ ਇਹਦਾ ਮਤਲਬ ਇਹ ਨਹੀਂ ਵੀ ਤੂੰ ਆਪਣੀ ਪ੍ਰੋਬਲਮ ਨਾ ਸਮਝੇ। ਤੂੰ ਇਹ ਤਾਂ ਸੋਚ ਵੀ ਜੇ ਤੇਰੇ ਅੰਦਰ ਅਸ਼ਾਂਤੀ ਹੈ, ਕਿਹੜੀ ਕਾਰਨ, ਕਿਹੜਾ ਵਿਚਾਰ ਹੈ ਜਿਹੜਾ ਤੈਨੂੰ ਅਸ਼ਾਂਤ ਕਰਦਾ, ਕਿਹੜੀ ਗੱਲ ਹੈ ਜਿਹੜੀ ਤੇਰੇ ਅੰਦਰ ਦੁੱਖ ਦਾ ਅਹਿਸਾਸ ਪੈਦਾ, ਕਿਹੜੀ ਗੱਲ ਹੈ ਜਿਹਦਾ ਕਰਕੇ ਤੂੰ ਉਦਾਸ ਹੁੰਦਾ, ਕਿਹੜੀ ਗੱਲ ਹੈ ਜਿਹੜੀ ਤੇਰੇ ਅੰਦਰ ਡਿਪਰੈਸ਼ਨ ਪੈਦਾ ਕਰਦੀ, ਕਿਹੜੀ ਚੀਜ਼ ਹੈ ਜਿਹਦਾ ਕਰਕੇ ਤੂੰ ਦੂਸਰੇ ਨਾਲ ਨਫ਼ਰਤ ਕਰਦਾ, ਉਹ ਕੀ ਹੈ ਚੀਜ਼, ਉਹਨੂੰ ਆਇਡੈਂਟੀਫਾਈ ਕਰ। ਤੈਨੂੰ ਘੱਟੋ ਘੱਟ ਇਹ ਤਾਂ ਪਤਾ ਹੋਵੇ ਨਾ, ਫਿਰ ਮੈਂ ਆ ਕੇ ਗੁਰੂ ਨੂੰ ਆਖਾਂ ਸਤਿਗੁਰੂ ਮੈਨੂੰ ਤਾਂ ਆਹ ਬਿਮਾਰੀ ਹੈ, ਆਹ ਚੀਜ਼ ਜਦੋਂ ਮੈਂ ਆਹ ਖਿਆਲ ਆਉਂਦਾ ਨਾ ਤਾਂ ਮੇਰਾ ਜੀਵਨ ਕੁਰਾਏ ਪੈ ਜਾਂਦਾ। ਫਿਰ ਸਤਿਗੁਰੂ ਕੋਲੋਂ ਇਲਮ ਲੈ, ਗਿਆਨ ਲੈ, ਸਤਿਗੁਰੂ ਦਾ ਉਪਦੇਸ਼ ਸੁਣ ਵੀ ਸਤਿਗੁਰੂ ਇਹਦੇ ਬਾਰੇ ਕੀ ਆਖਦੇ ਨੇ, ਇਹਦੇ ਬਾਰੇ ਕੀ ਹੈ, ਫਿਰ ਗੱਲ ਬਣਨੀ ਆ। ਐਵੇਂ ਹਵਾ 'ਚ ਤੀਰ ਥੋੜ੍ਹਾ ਚੱਲਣੇ ਨੇ ਧਰਮ ਦੀ ਦੁਨੀਆ 'ਚ, ਵੀ ਮੱਥਾ ਟੇਕਿਆ, ਫੁੱਲੀਆਂ ਛਕੀਆਂ ਤੇ ਕਹਾਣੀ ਖਤਮ। ਇਵੇਂ ਤਾਂ ਉਹ ਜੀਵਨ ਨਹੀਂ ਮਿਲਣਾ ਜਿਹਦੀ ਗੱਲ ਗੁਰੂ ਗ੍ਰੰਥ ਸਾਹਿਬ ਕਰਦੇ ਨੇ। ਤੇ ਨਾ ਹੀ ਜ਼ਬਾਨੀ ਰੱਬ ਕੀਤਿਆਂ ਕਹਾਣੀ ਪੂਰੀ ਸਿਰੇ ਚੜ੍ਹਦੀ। ਉਹ ਤਾਂ ਸਤਿਗੁਰੂ ਨੇ ਕਹਿ ਦਿੱਤਾ, ਰਾਮ ਰਾਮ ਸਭ ਕੋ ਕਹੇ ਰਾਮ ਨਾ ਹੋਏ। ਕਿ ਖੰਡ ਖੰਡ ਕਹਿਣ ਨਾਲ ਕਿਸੇ ਦਾ ਮੂੰਹ ਮਿੱਠਾ ਹੁੰਦਾ ਵੇਖਿਆ ਕਦੇ ਕਿਸੇ ਨੇ? ਜਿੰਨਾ ਚਿਰ ਉਸ ਖੰਡ ਨੂੰ ਖਾਵੇ ਨਾ। ਪਰਮੇਸ਼ਰ ਨੂੰ ਕਹਿਣਾ ਜਿੰਨਾ ਜ਼ਰੂਰੀ ਹੈ, ਪਰਮੇਸ਼ਰ ਨੂੰ ਜੀਣਾ ਉਦੋਂ ਕਿਤੇ ਜ਼ਿਆਦਾ ਜ਼ਰੂਰੀ ਹੈ। ਉਹਨੂੰ ਮੰਨਣਾ, ਉਹਨੂੰ ਹੰਢਾਉਣਾ, ਉਹਨੂੰ ਜੀਣਾ। ਜੇ ਕੋਈ ਔਰਤ ਦਾ ਸਟੈਚੂ ਘਰ 'ਚ ਕੋਈ ਮਾਂ ਦੀ ਮੂਰਤੀ ਬਣਾ ਕੇ ਰੱਖ ਲੈ, ਉਹਦੇ ਕੋਲੋਂ ਉਹਨੂੰ ਉਹ ਮਮਤਾ ਨਹੀਂ ਮਿਲ ਸਕਦੀ ਜਿਹੜੀ ਜਿਉਂਦੀ ਮਾਂ ਕੋਲੋਂ ਮਮਤਾ ਮਿਲ ਸਕਦੀ। ਤੁਸੀਂ ਛੋਟਾ ਜਿਹਾ ਬੱਚਾ ਜਿਹੜਾ ਹੈ, ਉਹਦੀ ਮਾਂ ਦਾ ਸਟੈਚੂ ਬਣਾ ਕੇ ਉਹਦੇ ਕੋਲ ਰੱਖ ਛੱਡੋ ਹਾਂ ਬੱਚਾ, ਨਾ ਤਾਂ ਉਹ ਬੁੱਤ ਮਾਂ ਦਾ ਬੱਚੇ ਨੂੰ ਦੁੱਧ ਪਿਆ ਸਕਦਾ ਹੈ, ਨਾ ਲੋਰੀ ਦੇ ਸਕਦਾ ਹੈ, ਨਾ ਗੋਦੀ 'ਚ ਚੁੱਕ ਸਕਦਾ ਹੈ, ਨਾ ਉਹ ਨਿੱਘ ਦੇ ਸਕਦਾ ਹੈ ਰਿਸ਼ਤੇ ਦਾ ਜਿਹੜੀ ਇੱਕ ਜਿਉਂਦੀ ਜਾਗਦੀ ਮਾਂ ਦੇ ਸਕਦੀ। ਮਜ਼ਹਬੀ ਧਰਮ ਦੀ ਦੁਨੀਆ ਵਿੱਚ ਵੀ ਅਸੀਂ ਐਵੇਂ ਹੀ ਕਰਦੇ ਹਾਂ। ਅਸੀਂ ਬੁੱਤਾਂ ਕੋਲੋਂ ਮਮਤਾ ਚਾਹੁੰਦੇ, ਮਾਂ ਵਰਗੀ ਜਿਹੜੀ ਮਿਲਣੀ ਨਹੀਂ। ਉੱਥੇ ਰਿਸ਼ਤਾ ਜੀਣਾ ਪੈਣਾ ਹੈ, ਉੱਥੇ ਉਹ ਚੀਜ਼ ਨੂੰ ਮੰਨਣਾ ਪੈਣਾ। ਤੋ ਗਰੀਬ ਨਵਾਜ ਪਾਤਸ਼ਾਹ ਆਖਦੇ ਨੇ, ਸਗਲ ਭਰਮ ਡਾਰ ਦੇ ਗੋਬਿੰਦ ਕੋ ਨਾਮ ਲੈ। ਸ੍ਰਿਸ਼ਟੀ ਦੇ ਸਿਰਜਕ ਪਰਮੇਸ਼ਰ ਦੀ ਯਾਦ, ਉਹਦੇ ਹੋਣ ਦਾ ਅਹਿਸਾਸ ਪਾਲੋ, ਉਹਦੇ ਗੁਣ ਦੀ ਇਬਾਦਤ ਨਾਲ ਜੁੜ। ਤੇ ਹਜ਼ੂਰ ਆਖਦੇ ਨੇ, ਅੰਤ ਬਾਰ ਸੰਗ ਤੇਰਾ ਇਹ ਹੈ ਏਕ ਜਾਤ ਹੈ। ਓੜਕ ਨੂੰ ਇੱਕੋ ਹੀ ਚੀਜ਼ ਤੇਰੀ ਸਾਥੀ ਬਣ ਸਕਦੀ ਹੈ, ਬਾਕੀ ਕੋਈ ਚੀਜ਼ ਨਹੀਂ। ਅੰਤ ਦਾ ਮਤਲਬ ਹੈ ਓੜਕ, ਅਖੀਰ, ਨਿਚੋੜ ਦੀ ਗੱਲ ਇਹ ਹੈ, ਇੱਕੋ ਇਹੋ ਹੀ ਚੀਜ਼ ਤੇਰੀ ਸਾਥੀ ਹੈ, ਇਹਾਂ ਉਹਾਂ ਹਰ ਜਗ੍ਹਾ। ਹੋਰ ਕੋਈ ਤੇਰੀ ਅਸਲ ਸਾਥੀ ਨਹੀਂ, ਬਾਕੀ ਤਾਂ ਸਭ ਚੀਜ਼ਾਂ ਤੇਰੇ ਜੀਵਨ ਨੂੰ ਵਰਤਦੀਆਂ ਨੇ। ਜੇ ਮੈਂ ਅੱਗੇ ਇੱਕ ਵਾਰ ਉਦਾਹਰਨ ਦਿੱਤੀ ਸੀ ਵੀ ਬੰਦਾ ਗੁੱਸੇ 'ਚ ਆ ਕੇ ਕਿਸੇ ਦਾ ਸਿਰ ਪਾੜ ਦੇਵੇ,
ਪੁਲਿਸ ਕੇਸ ਹੋ ਗਿਆ, ਅਦਾਲਤ ਗਿਆ, ਤੇ ਉੱਥੇ ਹੁਣ ਬੰਦਾ ਕਹਿੰਦਾ ਜੀ ਮੈਂ ਗੁੱਸੇ 'ਚ ਕੀਤਾ। ਉਹ ਕਹਿੰਦੇ ਨੇ ਵੀ ਕੀਤਾ ਤੇ ਤੂੰ ਹੈ ਨਾ, ਗੁੱਸਾ ਵੀ ਤੈਨੂੰ ਹੀ ਆਇਆ। ਕਦੇ ਗੁੱਸੇ ਨੂੰ ਸਜ਼ਾ ਹੁੰਦੀ ਵੇਖੀ ਹੈ ਕਿਸੇ ਨੇ? ਠੀਕ ਹੈ, ਜੱਜ ਕਹਿੰਦਾ ਵੀ ਠੀਕ ਹੈ ਗੁੱਸੇ 'ਚ ਸਾਂ ਤੂੰ, ਪਰ ਕੀਤਾ ਤੇ ਤੂੰ ਹੈ ਨਾ। ਤੈਨੂੰ ਆਪ ਸੈਲਫ ਕੰਟਰੋਲ ਸਿੱਖਣਾ ਚਾਹੀਦਾ। ਹੰਕਾਰ ਨੂੰ ਕਦੇ ਫਾਂਸੀ ਨਹੀਂ ਲੱਗਦੀ, ਕਾਮ ਕਦੇ ਸੂਲੀ ਨਹੀਂ ਚੜ੍ਹਦਾ। ਈਰਖਾ ਵਸ ਕੀਤਾ ਗਿਆ ਗੁਨਾਹ ਜਿਹੜਾ ਹੈ, ਜੁਰਮ ਜਿਹੜਾ ਹੈ, ਅਪਰਾਧ ਜਿਹੜਾ ਹੈ, ਭੋਗਣੀ ਤੇ ਆਖਰ ਉਸੇ ਸਰੀਰ ਨੂੰ ਪੈਂਦੀ ਹੈ ਨਾ ਜਿਸ ਸਰੀਰ ਰਾਹੀਂ ਇਹ ਸਾਰਾ ਕੁਝ ਹੋਇਆ। ਉਹ ਚੀਜ਼ਾਂ ਤੇ ਵਰਤ ਕੇ ਚੱਲਦੀਆਂ ਬਣੀਆਂ। ਵੇਗ ਸਨ ਆ ਉੱਠੇ, ਸਾਡੇ ਕੋਲੋਂ ਗਲਤੀ ਹੋਈ ਤੇ ਵੇਗ ਤਾਂ ਠੰਡੇ ਪੈ ਗਏ, ਭੁਗਤੇਗਾ ਕੌਣ? ਤੋ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਬਾਣੀ ਵਿੱਚ ਆਖਦੇ ਨੇ, ਇਸ ਗੱਲ ਨੂੰ ਸਮਝ ਲੈ ਕਿ ਅੰਤ ਬਾਰ ਸੰਗ ਤੇਰਾ ਇਹ ਏਕ ਜਾਤ ਹੈ। ਇਹ ਸਭ ਚੀਜ਼ਾਂ ਛੱਡ ਜਾਣਗੀਆਂ, ਨਾਲ ਨਿਭਣ ਵਾਲਾ ਕੇਵਲ ਪਰਮੇਸ਼ਰ ਦਾ ਨਾਮ, ਉਹਦੇ ਗੁਣ ਨੇ, ਉਹਦੀ ਯਾਦ ਹੈ, ਉਹਦਾ ਚਿੰਤਨ ਹੈ ਜਿਹੜਾ ਤੈਨੂੰ ਸਵਾਰਦਾ। ਤੋ ਪਾਤਸ਼ਾਹ ਫਰਮਾਉਂਦੇ ਨੇ ਵੇਖਿਆ ਵੇਖ ਜਿਉਂ ਵਿਸਾਰ, ਮਾਇਆਵੀ ਪਦਾਰਥ ਜ਼ਹਿਰ ਸਮਾਨ ਨੇ, ਜੇ ਤੇਰੇ ਅੰਦਰ ਵਿਕਲਪ ਭੈੜੇ ਫੁਰਨੇ ਹਨ ਤਾਂ ਇਹ ਜ਼ਹਿਰ ਸਮਾਨ ਇਹਨਾਂ ਨੂੰ ਵਿਸਾਰ ਦੇ। ਭਾਵ ਨੈਗੇਟਿਵਿਟੀ। ਪਦਾਰਥ ਤੇ ਪਦਾਰਥ ਹੀ ਹੁੰਦਾ, ਨਾ ਉਹ ਸਾਡੇ ਲਈ ਚੰਗਾ ਹੁੰਦਾ ਨਾ ਮਾੜਾ ਹੁੰਦਾ। ਉਹਦੀ ਵਰਤੋਂ ਤੇ ਦੁਰਵਰਤੋਂ ਉਹ ਸਾਡੀ ਨੇਚਰ ਤੇ ਡਿਪੈਂਡ ਕਰਦੀ ਹੁੰਦੀ ਹੈ। ਅਕਲਮੰਦ ਦਾਨਾ ਬੰਦਾ ਜ਼ਹਿਰ ਨੂੰ ਵੀ ਰੋਗ ਦੂਰ ਕਰਨ ਦੀ ਦਵਾਈ 'ਚ ਵਰਤ ਕੇ ਸਰੀਰ ਨੂੰ ਬਚਾ ਲੈਂਦਾ ਹੈ, ਅਤੇ ਬੇਵਕੂਫ ਦੇ ਹੱਥ ਵਿੱਚ ਜੇ ਮਿੱਠੀ ਵਧੀਆ ਕੀਮਤੀ ਪਦਾਰਥ ਵੀ ਆ ਜਾਏ ਤਾਂ ਉਹਨੂੰ ਖਾ ਕੇ ਵੀ ਰੋਗੀ ਹੋ ਜਾਏ। ਇੰਨਾ ਫਰਕ ਹੈ। ਪਦਾਰਥ ਪਦਾਰਥ ਹੀ ਹੈ, ਉਹਦੀ ਵਰਤੋਂ ਸਵਰਤੋਂ ਦੁਰਵਰਤੋਂ ਡਿਪੈਂਡ ਕਰਦੀ ਹੈ ਵੀ ਉਹ ਚੀਜ਼ ਅੰਮ੍ਰਿਤ ਸਮਾਨ ਹੋਏਗੀ ਕਿ ਜ਼ਹਿਰ ਸਮਾਨ ਹੋਏਗੀ। ਤਾਂ ਪਾਤਸ਼ਾਹ ਜੀ ਫਰਮਾਉਂਦੇ ਨੇ ਵੇਖਿਆ ਵੇਖ ਜਿਉਂ ਵਿਸਾਰ, ਪ੍ਰਭ ਕੋ ਜਸ ਕੀਏ ਤਾਰ। ਜ਼ਹਿਰ ਸਮਾਨ ਪਦਾਰਥ ਨੂੰ ਤਿਆਗ ਦੇ। ਭਾਵ ਮਾਇਆ ਦੀ, ਪਦਾਰਥ ਦੀ, ਪ੍ਰਕਿਰਤੀ ਦੀ, ਵਸਤੂ ਦੀ ਨੈਗੇਟਿਵਿਟੀ, ਜ਼ਹਿਰ ਵਾਲਾ ਜਿਹੜਾ ਉਹਦਾ ਸੁਭਾਅ, ਨੂੰ ਤਿਆਗ ਦੇ ਤੇ ਕਰ ਕੀ ਪ੍ਰਭ ਕੋ ਜਸ ਹੀਏ ਤਾਰ। ਮਾਲਕ ਦੀ, ਅਕਾਲ ਪੁਰਖ ਦੀ ਸਿਫਤੋ ਸਲਾਹ, ਕੀਰਤੀ, ਵਡਿਆਈ, ਸ਼ੋਭਾ, ਗੁਣ ਹਿਰਦੇ ਵਿੱਚ ਵਸਾ। ਫਿਰ ਹਜ਼ੂਰ ਜੀ ਫਰਮਾਉਂਦੇ ਨੇ ਨਾਨਕ ਜਨ ਕਹਿ ਪੁਕਾਰ, ਅਵਸਰ ਬਿਹਾਤ ਹੈ। ਪੁਕਾਰਨ ਦਾ ਮਤਲਬ ਹੁੰਦਾ ਵੀ ਕੋਈ ਬੰਦਾ ਨਾ ਤੁਰਿਆ ਜਾ ਰਿਹਾ ਹੈ ਤੇ ਅੱਗੇ ਸਾਹਮਣੇ ਖੱਡ ਹੈ, ਉਹਦੇ ਡਿੱਗ ਪੈਣਾ। ਦੂਰ ਖੜੇ ਬੰਦੇ ਨੂੰ ਲੱਗਿਆ ਵੀ ਇਹ ਧਿਆਨ ਨਹੀਂ ਦੇ ਰਹੇ ਨੇ, ਹੁਣ ਵੀ ਡਿੱਗਾ, ਤੇ ਹੁਣ ਵੀ ਉਹ ਉੱਚੀ, ਫਿਰ ਬਾਂਹ ਉੱਚੀ ਕਰਕੇ ਉੱਚੀ ਉੱਚੀ ਆਵਾਜ਼ਾਂ ਮਾਰਦਾ, ਸ਼ੋਰ ਪਾਉਂਦਾ ਵੀ ਬਚ ਜਾ ਬਚ ਜਾ। ਜੇ ਉਹ ਕੋਲ ਹੋਵੇ ਤੇ ਬਾਂਹ ਫੜ ਲਵੇ। ਉਹਨੂੰ ਕਹਿੰਦੇ ਨੇ ਪੁਕਾਰ ਕਰਨ, ਉੱਚੀ ਸਾਰੀ, ਵੀ ਹੱਥ ਦਾ ਇਸ਼ਾਰਾ ਵੇਖ ਲਵੇ ਜਾਂ ਮੇਰੀ ਆਵਾਜ਼ ਸੁਣ, ਕਿਸੇ ਵੀ ਜ਼ਰੀਏ ਇਹ ਬੰਦਾ ਜਿਹੜਾ ਧਿਆਨ ਕਰੇ ਵੀ ਇਹ ਗਲਤ ਪਾਸੇ ਨੂੰ ਜਾ ਰਿਹਾ। ਉਹਨੂੰ ਪੁਕਾਰ ਕਰਨਾ ਕਹਿੰਦੇ, ਉੱਚੀ ਉੱਚੀ ਕਹਿਣਾ। ਨਾਨਕ ਜਨ ਕਹਿ ਪੁਕਾਰ। ਸਤਿਗੁਰੂ ਆਖਦੇ ਨੇ ਮੈਂ ਪੁਕਾਰ ਕੇ ਕਹਿ ਰਿਹਾ, ਦੱਸ ਰਿਹਾ ਕਿ ਅਵਸਰ ਬਿਆਤ ਹੈ, ਵਕਤ ਸਮਾਂ ਬੀਤਦਾ ਜਾ ਰਿਹਾ ਹੈ, ਗੁਜ਼ਰਦਾ ਜਾ ਰਿਹਾ। ਅਵਸਰ ਦਾ ਮਤਲਬ ਹੁੰਦਾ ਹੈ ਮੌਕਾ ਮਿਲਣਾ ਕਿਸੇ ਨੂੰ। ਤੇ ਬਾਣੀ 'ਚ ਕਹਿੰਦਾ ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਇਹ ਤੇਰਾ ਅਵਸਰ ਹੈ, ਗੁਜ਼ਰਦਾ ਜਾ ਰਿਹਾ। ਤੇਰੇ ਕੋਲ ਬੜਾ ਵਧੀਆ ਮੌਕਾ ਹੈ। ਜਿਹੜੇ ਪਲ ਨੇ ਜੀਵਨ ਦੇ, ਇਹਨਾਂ ਨੂੰ ਆਨੰਦਿਤ ਢੰਗ ਨਾਲ ਜੀਣ ਦਾ ਯਤਨ ਕਰ। ਅੱਜ ਆਪਾਂ ਛਠਮ ਪੀਰ ਬੈਠਾ ਗੁਰ ਭਾਰੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ, ਉਹਨਾਂ ਦਾ ਗੁਰਤਾਗੱਦੀ ਪੁਰਬ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਤੋਂ ਬਾਅਦ ਸਮੁੱਚੇ ਗੁਰਮਤਿ ਇਨਕਲਾਬ ਦੀ, ਸਿੱਖ ਲਹਿਰ ਦੀ ਸਮੁੱਚੀ ਜਥੇਬੰਦੀ ਦੀ ਜਿਹੜੀ ਸੇਵਾ ਹੈ, ਜਿਹੜੀ ਅਗਵਾਈ ਹੈ, ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੂੰ ਪ੍ਰਾਪਤ ਹੋਈ। ਉਹਨਾਂ ਨੇ ਕੀਤੀ। ਸ਼ੇਖ ਫਰੀਦ ਬੁਖਾਰੀ ਮੁਰਤਜ਼ਾ ਖਾਨ ਨੂੰ ਜਹਾਂਗੀਰ ਨੇ ਲਾਹੌਰ ਤੋਂ ਗੁਰੂ ਅਰਜਨ ਸਾਹਿਬ ਨੂੰ ਗ੍ਰਿਫਤਾਰ ਕਰਨ ਵਾਸਤੇ ਅੰਮ੍ਰਿਤਸਰ ਭੇਜਿਆ। ਇਹ ਘਟਨਾ ਗ੍ਰੈਗੋਰੀਅਨ ਕੈਲੰਡਰ ਚੱਲਦਾ ਹੈ ਹੁਣ, ਉਦੋਂ ਜੂਲੀਅਨ ਕੈਲੰਡਰ ਚੱਲਦਾ ਸੀ। ਉਹਦੇ ਮੁਤਾਬਕ 26 ਮਈ ਦੀ ਘਟਨਾ ਹੈ। 26 ਮਈ ਨੂੰ ਗੁਰੂ ਅਰਜਨ ਸਾਹਿਬ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਜਾਂਦਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਨੂੰ ਸਮੀਕਰਨ ਦਿਸ ਗਏ ਵੀ ਹਾਲਾਤ ਇਸ
ਮੋੜ ਨੂੰ ਮੁੜ ਰਹੇ ਨੇ, ਕਰਵਟ ਲੈ ਰਿਹਾ ਸਮਾਂ। ਉਹਨਾਂ ਨੇ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ ਆਪਣੇ ਇਕਲੌਤੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ ਕੇ ਸਮੁੱਚੀਆਂ ਜ਼ਿੰਮੇਵਾਰੀਆਂ ਸੌਂਪੀਆਂ। ਇਹ ਬੜੀ ਇਤਿਹਾਸ ਦੀ ਇੱਕ ਅਜੀਬ ਘਟਨਾ ਵਾਪਰਨ ਜਾ ਰਹੀ ਸੀ, ਲਾਸਾਨੀ ਘਟਨਾ ਵਾਪਰਨ ਜਾ ਰਹੀ ਸੀ। ਇਸ ਤੋਂ ਪਹਿਲਾਂ ਸਿੱਖ ਤਾਰੀਖ ਵਿੱਚ ਗੁਰੂ ਸਾਹਿਬਾਨ ਦੀ ਕੋਈ ਸ਼ਹਾਦਤ ਨਹੀਂ ਸੀ ਹੋਈ। ਇਹ ਪਹਿਲਾ ਦੌਰ ਸੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗੁਰਤਾ ਗੱਦੀ ਬਖਸ਼ ਕੇ ਮੁਖੀ ਸਿੱਖਾਂ ਦੀ ਹਾਜ਼ਰੀ ਤੇ ਸੰਗਤ ਦੀ ਹਾਜ਼ਰੀ ਵਿੱਚ ਸਤਿਗੁਰੂ ਨੇ ਅੰਮ੍ਰਿਤਸਰ ਤੋਂ ਲਾਹੌਰ ਨੂੰ ਚਾਲੇ ਪਾਏ। ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਜਾਇਆ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਇੱਕ ਐਸਾ ਇਤਿਹਾਸ ਦਾ ਮੋੜ ਸੀ ਜਿੱਥੇ ਬੜੀ ਇਹਤਿਆਤ ਤੇ ਸੰਜੀਦਗੀ ਦੀ ਜ਼ਰੂਰਤ ਸੀ। ਛੇਵੇਂ ਪਾਤਸ਼ਾਹ ਮਹਾਰਾਜ ਨੇ ਆਪਣੀ ਮਹਾਨ ਕਰਨੀ ਦੇ ਨਾਲ, ਦੂਰ ਅੰਦੇਸ਼ੀ ਦੇ ਨਾਲ, ਆਪਣੇ ਉਚੇਰੇ ਜੀਵਨ ਤੇ ਉੱਚੀ ਸੁਰਤ ਦੇ ਨਾਲ ਐਸੀ ਭਰਪੂਰ ਅਗਵਾਈ ਕੀਤੀ। ਉਹ ਵੀ ਵਕਤ ਆਇਆ ਜਦੋਂ ਛਠਮ ਪੀਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਸਮੇਂ ਦੀ ਸਲਤਨਤ ਨਾਲ, ਸਾਮਰਾਜ ਨਾਲ ਜੰਗਾਂ ਵੀ ਲੜਨੀਆਂ ਪਈਆਂ। ਬੜੇ ਐਸੇ ਦੌਰ ਨੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਜੀਵਨ ਵਿੱਚ ਜਿਹੜੇ ਵਕਤ ਬਾ ਵਕਤ ਆਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹ ਜੰਗਾਂ ਲੜੀਆਂ ਵੀ ਤੇ ਜਿੱਤੀਆਂ ਵੀ। ਉਹਨਾਂ ਨੇ ਧਰਮ ਨੂੰ ਤੇ ਸੱਤਾ ਨੂੰ, ਦੋਵਾਂ ਚੀਜ਼ਾਂ ਨੂੰ ਇਕੱਠਿਆਂ ਚਲਾਇਆ। ਇਸ ਲਈ ਭਾਈ ਗੁਰਦਾਸ ਜੀ ਉਹਨਾਂ ਨੂੰ ਬੜ ਯੋਧਾ ਬਹੁ ਪਰਉਪਕਾਰੀ ਲਿਖਦੇ ਕਿ ਯੋਧਾ ਵੀ ਹੈ ਤੇ ਪਰਉਪਕਾਰੀ ਵੀ ਹੈ, ਤਲਵਾਰ ਵੀ ਹੈ ਤੇ ਧਰਮ ਵੀ ਹੈ। ਗੁਰੂ ਸਾਹਿਬ ਜੀ ਨੇ ਉਹ ਸੁਮੇਲ ਪੈਦਾ ਕੀਤਾ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੇ ਆਸ਼ਿਕ। ਕਈਆਂ ਨੂੰ ਇਹ ਭਰਮ ਹੁੰਦਾ ਹੈ ਵੀ ਛੇਵੇਂ ਪਾਤਸ਼ਾਹ ਨੇ ਇੱਕ ਵੱਖਰਾ ਰੂਪ ਬਣਾ ਕੇ ਤੇ ਛੇਵੇਂ ਪਾਤਸ਼ਾਹ ਸਤਿਗੁਰੂ ਨੇ ਗੁਰੂ ਨਾਨਕ ਦੇ ਧਰਮ ਨੂੰ ਵੱਖਰਾ ਰੂਪ ਦੇ ਦਿੱਤਾ ਜਾਂ ਬਦਲ ਦਿੱਤਾ ਹੈ। ਐਸਾ ਕੁਝ ਨਹੀਂ। ਇਹਨੂੰ ਮੈਂ ਇੱਕੇ ਲਫ਼ਜ਼ ਨਾਲ ਕਹਿਣਾ ਵੀ ਗਰਮੀ ਆਉਂਦੀ ਹੈ ਤੇ ਤੁਸੀਂ ਗਰਮੀਆਂ ਦੇ ਕੱਪੜੇ ਪਾਉਂਦੇ ਹੋ, ਬੰਦਾ ਤੇ ਉਹੀ ਹੁੰਦਾ ਹੈ। ਠੰਡ ਦਾ ਮੌਸਮ ਆਏ ਤੇ ਤੁਸੀਂ ਗਰਮ ਕੱਪੜੇ ਪਾ ਲੈਂਦੇ ਹੋ, ਇਨਸਾਨ ਥੋੜ੍ਹੀ ਬਦਲ ਜਾਂਦਾ। ਮੌਸਮ ਹੈ, ਬਾਹਰ ਦਾ ਮੌਸਮ ਹੈ ਤੇ ਤੁਸੀਂ ਪੱਖੇ ਚਲਾ ਲਏ, ਮੌਸਮ ਹੈ ਤੇ ਤੁਸੀਂ ਹੀਟ ਚਲਾ ਲਈ। ਸਰੀਰ ਨੂੰ ਗਰਮੀ ਦੀ ਲੋੜ ਹੈ ਤੇ ਗਰਮਾਇਸ਼ ਦੇ ਲਈ, ਠੰਡ ਦੀ ਲੋੜ ਹੈ ਤੇ ਠੰਡਕ ਦੇ ਲਈ। ਪਰ ਇਹ ਥੋੜ੍ਹੀ ਹੁੰਦੇ ਵੀ ਗਰਮੀਆਂ ਵਾਲਾ ਬੰਦਾ ਸਿਆਲ 'ਚ ਕਿਤੇ ਬਦਲ ਜਾਂਦਾ ਜੇ ਉਹ ਕੱਪੜੇ ਬਦਲ ਲਵੇ ਤਾਂ। ਨਹੀਂ, ਬਾਹਰ ਦੇ ਮੌਸਮ ਹਾਲਾਤ ਨੇ, ਬਦਲਦੇ ਰਹਿੰਦੇ ਨੇ। ਜਿੱਥੇ ਵਿਚਾਰ ਦੀ ਲੋੜ ਪਈ ਵਿਚਾਰ ਕੀਤਾ। ਜਦੋਂ ਅਗਲਾ ਤਲਵਾਰ ਚੁੱਕ ਕੇ ਆ ਗਿਆ ਉਹਨੂੰ ਰੋਕਣਾ ਜ਼ਰੂਰੀ ਸੀ, ਤਲਵਾਰ ਵੀ ਚੁੱਕ ਲਈ। ਇਹ ਤਾਂ ਬਾਹਰ ਦੇ ਹਾਲਾਤਾਂ ਦੇ ਮੁਯੱਸਰ ਹੈ ਸਾਰੀ ਖੇਡ। ਪਰ ਗੁਰੂ ਉਹੋ ਹੀ ਹੈ। ਨਾ ਸਿੱਖੀ ਬਦਲੀ, ਨਾ ਗੁਰੂ ਬਦਲਿਆ, ਨਾ ਗੁਰੂ ਦੇ ਰਸਤੇ ਬਦਲੇ। ਇਹੋ ਜਿਹੇ ਮਾਹੌਲ, ਮੌਸਮ ਬਾਹਰੋਂ ਜਦੋਂ ਬਦਲਦੇ ਰਹਿੰਦੇ ਨੇ ਤੇ ਉਹਦੇ ਮੁਤਾਬਕ ਕਾਰਜ ਕਰਨੇ ਪੈਂਦੇ ਨੇ। ਛੇਵੇਂ ਪਾਤਸ਼ਾਹ ਹਜ਼ੂਰ ਸਤਿਗੁਰੂ ਨੇ ਆਪਣੇ ਜੀਵਨ ਕਾਲ ਵਿੱਚ ਬੜੀ ਭਰਪੂਰ ਅਗਵਾਈ ਔਰ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਇੱਕ ਬੜਾ ਵੱਡਾ ਇਤਿਹਾਸਕ ਪੱਖ ਸੀ, ਬੜੀ ਵੱਡੀ ਘਟਨਾ ਸੀ ਸਿੱਖ ਇਤਿਹਾਸ ਦੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ, ਉਹਨਾਂ ਦੀ ਕਰਨੀ ਬਾਬਤ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਵਿਚਾਰ ਸਾਂਝੇ ਕਰਨ ਦਾ ਯਤਨ ਕਰਾਂਗੇ। ਆਪ ਜੀ ਨੇ ਹਾਜ਼ਰੀਆਂ ਭਰ ਕੇ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਭੁੱਲ ਚੁੱਕ ਦੀ ਖਿਮਾ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।